ਸਿੱਧੂ ਮੂਸੇਵਾਲੇ ਕਤਲकांड ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਜਿਹੜਾ ਅੱਜ ਪੁਲਿਸ ਹਿਰਾਸਤ ਦੇ ਵਿੱਚ ਆ ਗਿਆ। ਇਸ ਦੀ ਜਾਣਕਾਰੀ ਜਿਹੜੀ ਸੂਬੇ ਮਿਲੀ ਸੀਗੀ, ਹਾਲਾਂਕਿ ਕਨਫਰਮੇਸ਼ਨ ਨਹੀਂ ਹੋ ਰਹੀ ਸੀ, ਲੇਕਿਨ ਆਪ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਵਿੱਚ ਕਨਫਰਮੇਸ਼ਨ ਦਿੱਤੀ ਹੈ ਕਿ ਗੋਲਡੀ ਬਰਾੜ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਕਿ ਤੇ ਜਲਦੀ ਜਿਹੜਾ ਉਸ ਨੂੰ ਭਾਰਤ ਲੈ ਕੇ ਆਇਆ ਜਾਏਗਾ। ਤੇ ਜਿਹੜੀ ਭਾਰਤੀ ਏਜੰਸੀਆਂ ਲਗਾਤਾਰ ਸੰਪਰਕ ਵਿੱਚ ਨੇ, ਜਿਹੜੀ ਫੋਰਨ ਏਜੰਸੀਜ਼ ਹੈ ਉਹਨਾਂ ਦੇ ਨਾਲ, ਤੇ ਜਲਦੀ ਜਿਹੜਾ ਹੈ ਗੋਲਡੀ ਬਰਾੜ ਨੂੰ ਭਾਰਤ ਲਾਇਆ ਜਾ ਸਕਦਾ ਹੈ। परिवार ने मंग की सी कि गोल्डी बराड़ नूं जिहड़ा लॉरेंस बिश्नोई जग्गू भगवानपुरिया दे आमने सामने बिठा के जिहड़ी पुछगिछ करनी चाहिए है। नारको टैक्स की भी जिहड़ी है मंग की है परिवार ने, लेकिन ये गिरफ्तारी एक वड्डी अचीवमेंट जिहड़ी है वो मन्नी जा रही है। खुद जिहड़े बलकौर सिंह है सिद्धू मूसेवाले दे पिता, उन्होंने कहा कि एक वड्डी अचीवमेंट है, क्योंकि एक दिन पहले उन्होंने कहा सी कि वो 2 करोड़ रुपए देने दे लई तैयार है जेकर उन्हां दे बेटे दे कातिल नूं फड़िया जांदा है। किते ना किते एक राहत भरी सांस जरूर है वो परिवार ने लीती है, लेकिन उन्होंने ये कहना है कि जब तक उसनूं फांसी की सज़ा ना मिल जाए जिहड़ा उन्होंने लगेगा कि उन्होंने बेटे नूं इंसाफ नहीं मिला है। तो इसी मुद्दे ते गलबात करते हैं। साडे नाल जुड़े श्री मुक्तसर साहिब तो साडे सहयोगी जुड़े ने भजन सिंह। भजन जी, जिस तरीके दे नाल असीं देख रहे हैं कि NIA दी रेड्स हुई पहला पंजाब दे विच वख-वख जिहड़े वड्डे नामी गैंगस्टर्स हैं उन्हां दे घरां उत्ते भी रेड की गई, लेकिन गोल्डी बराड़ दी गल की जाए तो उत्थे उसका घर भी है मुक्तसर साहिब दे विच। आखिर आस पास लोगों का की कुछ कहना सीगा, की बैकग्राउंड रहा है जिहड़ा गोल्डी बराड़ दा? सत श्री अकाल पूजा जी। पूजा जी, ਜਿਹੜਾ ਗੋਲਡੀ ਬਰਾੜ ਸੀਗਾ ਇਹਨੇ 10ਵੀਂ ਕਰਨ ਤੋਂ ਬਾਅਦ +2 ਤੋਂ ਬਾਅਦ ਕਾਲਜ ਦੇ ਵਿੱਚ ਇੱਕ ਲੜਾਈ ਹੋਈ ਸੀ 2014 ਦੇ ਵਿੱਚ, ਤਾਂ ਉਹਦੇ ਵਿੱਚ ਇੱਕ ਬੰਦੇ ਦੀ ਜਿਹੜੀ ਮੌਤ ਹੋਈ ਸੀ। ਤਾਂ ਉਸ ਤੋਂ ਬਾਅਦ ਜਿਹੜਾ ਇਹ ਇਹਨਾਂ ਗਰੁੱਪਾਂ ਦੇ ਨਾਲ ਜੁੜਿਆ ਸੀ। ਇਸ ਤੋਂ ਬਾਅਦ ਇਹਦੇ ਜਿਹੜੇ ਪਿਤਾ ਸੀਗੇ ਸ਼ਮਸ਼ੇਰ ਸਿੰਘ, ਉਹ ਠਾਣੇਦਾਰ ਸੀ ਪੰਜਾਬ ਪੁਲਿਸ ਦੇ ਵਿੱਚ। ਤਾਂ ਉਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਜਿਹੜਾ ਹੈਗਾ ਪਾਸਪੋਰਟ ਬਣਾ ਕੇ ਉਹਨੂੰ ਕੈਨੇਡਾ ਵਿੱਚ ਭੇਜ ਦਿੱਤਾ ਸੀਗਾ। ਤਾਂ ਉਸ ਤੋਂ ਬਾਅਦ ਉੱਥੇ ਜਿਹੜੇ ਗਏ ਕੈਨੇਡਾ ਦੇ ਵਿੱਚ ਹੀ ਲਾਰੈਂਸ ਬਿਸ਼ਨੋਈ ਦੇ ਨਾਲ ਜਿਹੜੇ ਸੀਗੇ ਇਹਦੇ ਸੰਪਰਕ ਹੋ ਗਏ, ਤੇ ਲਾਰੈਂਸ ਬਿਸ਼ਨੋਈ ਦੇ ਪਕੜੇ ਜਾਣ ਤੋਂ ਬਾਅਦ ਇਹ ਸਾਰਾ ਜਿਹੜਾ ਕੰਮਕਾਰ ਸੀ ਜੋ ਸਪਾਰੀਆਂ ਦੇ ਰਿਹਾ ਸੀ, ਤਾਂ ਇਹ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਹੀ ਲੋਕਾਂ ਦੀਆਂ ਜਿਹੜੀਆਂ ਸਪਾਰੀਆਂ ਜਿਹੜੀਆਂ ਹੁਣ ਤੱਕ ਦੇ ਜਿਹੜੀਆਂ ਦਿੱਤੇ ਆ। ਉਹਨਾਂ ਜਦੋਂ ਵੀ ਕੋਈ ਕਤਲ ਹੁੰਦਾ ਸੀ ਤਾਂ ਇਹ ਸਪਾਰੀ ਜਿਹੜਾ ਸੀ ਕੈਨੇਡਾ ਦੇ ਵਿੱਚ ਬੈਠਾ ਹੀ ਲੈਂਦਾ ਸੀ। ਆਸ-ਪਾਸ ਦੀ ਜੇ ਪੜੋਸੀਆਂ ਦੀ ਗੱਲ ਕਰੀਏ ਤਾਂ ਤਕਰੀਬਨ ਜਿਹੜਾ ਇਹਨਾਂ ਦਾ ਘਰ ਜਿਹੜਾ ਹੈਗਾ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਹੈਗਾ। NIA ਦੀ ਪਿਛਲੇ ਮਹੀਨੇ 2 ਮਹੀਨੇ ਪਹਿਲਾਂ ਇੱਕ ਰੇਡ ਵੀ ਹੋਈ ਸੀ NIA ਦੀ, ਪਰ ਉਦੋਂ ਜਿਹੜੇ ਕੁਝ ਦਸਤਾਵੇਜ਼ ਜਿਹੜੇ ਸੀਗੇ ਇਹਦੇ ਨਾਲ ਸੰਬੰਧਿਤ, ਇਹਨਾਂ ਦੀ ਪ੍ਰਾਪਰਟੀ ਦੇ ਨਾਲ ਸੰਬੰਧਿਤ, ਉਹ ਲੈ ਕੇ ਗਏ ਸਨ। ਤਾਂ ਉਦੋਂ ਜਿਹੜਾ ਇਹਨਾਂ ਦੇ ਪਿਤਾ ਜਿਹੜਾ ਸੀ ਸ਼ਮਸ਼ੇਰ ਸਿੰਘ ਵੀ NIA ਦੇ ਜਿਹੜਾ ਉੱਥੇ ਘਰ ਮੌਜੂਦ ਸੀ, ਉਹ ਕੁਝ ਦਸਤਾਵੇਜ਼ ਲੈ ਕੇ ਗਏ ਸੀ। ਤਾਂ ਆਸ-ਪਾਸ ਦੇ ਕੁਝ ਵੀ ਲੋਕ ਜਿਹੜੇ ਹੈਗੇ ਆ ਉਹ ਕਹਿਣ ਨੂੰ ਤਿਆਰ ਨਹੀਂ ਗਏ, ਕੁਝ ਵੀ ਕਿਸੇ ਨਾਲ ਗੱਲਬਾਤ ਕਰਦੇ ਤਾਂ ਇਹਨਾਂ ਬਾਰੇ ਉਹ ਕੁਝ ਵੀ ਨਹੀਂ ਕਹਿੰਦੇ ਗਏ। ਜੀ ਪੂਜਾ, NIA ਦੀ ਰੇਡਸ ਵੇਲੇ ਤਾਂ ਤੁਸੀਂ ਵੀ ਉੱਥੇ ਗਏ ਸੀਗੇ, ਲੇਕਿਨ ਅੱਜ ਜਦ ਉੱਥੇ ਗਏ ਹੁਣੇ ਤਾਂ ਕੀ ਮਾਹੌਲ ਸੀਗਾ? ਕੀ ਕੋਈ ਮਿਲਿਆ ਉੱਥੇ, ਜਾਂ ਆਸ ਪੜੋਸ ਦੇ ਲੋਕਾਂ ਨੇ ਕੁਝ ਦੱਸਿਆ ਕਿ ਜਿਹੜੇ ਪਿਤਾ ਹੈ ਉਹਨਾਂ ਦੇ ਕਿੱਥੇ ਰਹਿੰਦੇ ਨੇ ਜਾਂ ਕਿੱਥੇ ਉਹਨੂੰ ਸ਼ਿਫਟ ਹੋ ਗਏ ਨੇ ਉੱਥੋਂ? ਅਕਸਰ ਇਹਨਾਂ ਦਾ ਜਿਹੜਾ ਘਰ ਹੈਗਾ ਉਹ ਬੰਦ, ਆਂਢ ਗੁਆਂਢ ਵੀ ਜਿਹੜਾ ਹੈਗਾ ਆਸ-ਪਾਸ ਦੇ ਲੋਕ ਇਹਨਾਂ ਦੇ ਜਿਹੜੇ ਘਰ ਉਹ ਨਹੀਂ ਜਾਂਦੇ ਆ, ਔਰ ਨਾ ਹੀ ਇਹ ਜਿਹੜਾ ਪਤਾ ਚੱਲ ਪਾਉਂਦਾ ਵੀ ਜਿਹੜੇ ਇਹ ਕਿੱਥੇ ਰਹਿੰਦੇ ਹਨ। ਅੱਜ ਜਿਹੜਾ ਹੈਗਾ ਇਹਨਾਂ ਦਾ ਘਰ ਜਿਹੜਾ ਸੀ ਬੰਦ ਸੀ, ਕੋਈ ਵੀ ਆਸ-ਪਾਸ ਦਿਖਾਈ ਨਹੀਂ ਦਿੱਤਾ ਜੀ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਗੁਰਲਾਲ ਬਰਾੜ ਜਿਹੜਾ ਕਿ ਚਾਚੇ ਦਾ ਮੁੰਡਾ ਸੀਗਾ, ਭਰਾ ਸੀਗਾ, ਉਸ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ ਜਿਹੜਾ ਗੋਲਡੀ ਬਰਾੜ ਹੈ, ਇਸ ਕਰਕੇ ਉਹ ਲਾਰੈਂਸ ਦੇ ਸੰਪਰਕ ਵਿੱਚ ਆਇਆ। ਹਾਂਜੀ ਪੂਜਾ ਜੀ, ਆਪਾਂ ਜਦੋਂ ਦੇਖਦੇ ਜਦੋਂ ਪੋਲੀਟੀਕਲੀ ਕੁਝ ਕੰਮ ਹੁੰਦੇ, ਜਿਵੇਂ ਇਹਨਾਂ ਨੇ ਇੱਕ ਵਾਰੀ ਪਹਿਲਾਂ ਜਿਹੜਾ ਰਾਜੇ ਵੜਿੰਗ ਦਾ ਨਾਮ ਵੀ ਲਿਆ ਸੀ ਕਿ ਰਾਜੇ ਵੜਿੰਗ ਨੇ ਸਾਡੇ ਨਾਲ ਜਿਹੜੇ ਹੈਗੇ ਬਹੁਤ ਧੱਕੇ ਕਰਵਾਏ ਨੇ। ਤਾਂ ਅਸੀਂ ਜਿਹੜਾ ਹੈਗਾ ਇਹਨੇ ਲਾਈਵ ਹੋ ਕੇ ਕਿਹਾ ਸੀ ਕਿ ਅਸੀਂ ਜਿਹੜਾ ਹੈਗਾ ਜਿਹੜੇ ਸਾਡੇ ਨਾਲ ਹੋਏ ਧੱਕਿਆਂ ਦਾ ਜਿਹੜਾ ਅਸੀਂ ਬਦਲਾ ਆਪ ਲਵਾਂਗੇ ਜੀ। बिल्कुल। तो इसी खबर से गलबात करते हैं। चंडीगढ़ तो साडे नाल शशांक जुड़े ने। शशांक, गैंगस्टर्स की गल की जाए तो लगातार एक दूजे दे नाल ये डायरैक्टली कॉन्टैक्ट दे विच तद आंदे हैं जद इन्हां दे अपने नाल कोई अजिही घटना हो जाती, अपने किसी करीबी दे नाल, चाहे दोस्त का मर्डर होवे या फिर अपने किसी भरा का मर्डर होवे। लेकिन गुरलाल बराड़ की गल करिए तो चंडीगढ़ दे विच ही गुरलाल बराड़ का कतल होया सी, काफ़ी ज़्यादा खबरां दे विच मामला आया सी। उस तो बाद गोल्डी बराड़ ने उसका कतल दे लई जिहड़ा है गुरलाल पहलवान नूं मारिया, ते उसकी जिम्मेदारी सब तो पहला जिहड़ा उसने तद लीती इस कतल की जिम्मेदारी। जी बिल्कुल पूजा, ਜਿਹੜੇ ਜਦੋਂ ਵੀ ਕਿਸੇ ਵੀ ਗੈਂਗਸਟਰ ਦਾ ਜਾਂ ਉਹਦੇ ਭਰਾ ਦਾ ਜਾਂ ਕਿਸੇ ਦਾ ਵੀ ਹੋਰ ਜਦੋਂ ਮਰਡਰ ਹੁੰਦਾ ਤਾਂ ਛੇਤੀ ਤੋਂ ਛੇਤੀ ਜਿਹੜੀਆਂ ਗੈਂਗਸਟਰ ਹੁੰਦੇ, ਗੈਂਗਾਂ ਹੁੰਦੀਆਂ, ਇਹ ਆਪਣੇ ਜਿਹੜਾ ਕਿ ਜ਼ਿੰਮੇਵਾਰੀਆਂ ਲੈਂਦੀਆਂ ਫੇਸਬੁੱਕ ਤੇ ਉੱਤੇ ਪੋਸਟ ਪਾ ਕੇ। ਲੇਕਿਨ ਹੈਰਾਨੀ ਵਾਲੀ ਗੱਲ ਇਹ ਹੈ ਪੂਜਾ ਕਿ ਜਿਹੜੇ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੰਦ ਹੈ, ਉਹ ਜੇਲ੍ਹਾਂ ਦੇ ਵਿੱਚ ਬੈਠ ਕੇ ਹੀ ਜਿਹੜਾ ਕੀ ਹੈ ਜ਼ਿੰਮੇਵਾਰੀਆਂ ਲੈ ਲੈਂਦੇ ਆ।
ਤੇ ਪੂਜਾ ਹੁਣ ਨਵੀਂ ਸਰਕਾਰ ਬਣੀ ਹੈ, ਇਹਨਾਂ ਨੇ ਵੀ ਜਿਹੜੇ ਕਿ ਜੇਲ੍ਹ ਮੰਤਰੀ ਉਹ ਵੀ ਜੇਲ੍ਹਾਂ ਦੇ ਵਿੱਚ ਗਏ ਆ, ਉਹਨਾਂ ਨੇ ਬਹੁਤ ਸਾਰੇ ਫੋਨ ਰਿਕਵਰ ਕੀਤੇ ਆ, ਲੇਕਿਨ ਉਸ ਤੋਂ ਬਾਵਜੂਦ ਪੂਜਾ ਅਗਰ ਏਦਾਂ ਦੀਆਂ ਜ਼ਿੰਮੇਵਾਰੀਆਂ ਅੰਦਰ ਬੈਠੇ ਗੈਂਗਸਟਰ ਲੈ ਰਹੇ ਆ ਜਾਂ ਫਿਰ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਗੈਂਗਸਟਰ ਬੈਠੇ ਲੈ ਰਹੇ ਆ, ਤੇ ਪੂਜਾ ਕਿਤੇ ਨਾ ਕਿਤੇ ਨਾਕਾਮਯਾਬੀ ਹੈ ਜਿਹੜੀ ਉਹ ਸਰਕਾਰ ਦੇ ਵੀ ਲੱਗਦੀ ਹੈ ਹੱਥ ਦੇ ਵਿੱਚ, ਤੇ ਪੁਲਿਸ ਪ੍ਰਸ਼ਾਸਨ ਦੇ ਵੀ ਹੱਥ 'ਚ ਨਾਕਾਮਯਾਬੀ ਲੱਗਦੀ ਹੈ। ਤੇ ਕਿਤੇ ਨਾ ਕਿਤੇ ਪੂਜਾ ਇਹ ਸਾਰਿਆਂ ਦਾ ਜਿਹੜਾ ਕਨੈਕਸ਼ਨ ਹੈ ਕਿਤੇ ਨਾ ਕਿਤੇ ਜੇਲ੍ਹ ਤੋਂ ਹੀ ਜੁੜਿਆ ਹੋਇਆ ਪੂਜਾ, ਕਿਉਂਕਿ ਕੋਈ ਵੀ ਵੱਡੀ ਵਾਰਦਾਤ ਹੁੰਦੀ ਹੈ ਤੇ ਉਹ ਜੇਲ੍ਹ ਦੇ ਅੰਦਰ ਬੈਠੇ ਹੀ ਹੁੰਦੀ ਹੈ। ਤੇ ਪੂਜਾ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਅਗਰ ਜੇਲ੍ਹ ਅਧਿਕਾਰੀਆਂ ਜਿਹੜੇ ਜੀ ਵੀ ਜੇਲ੍ਹ ਦੇ ਵਿੱਚ ਗੈਂਗਸਟਰ ਬੈਠਾ ਹੈ, ਅਗਰ ਉਹ ਜੇਲ੍ਹ ਦੇ ਅੰਦਰ ਬੈਠਾ ਜ਼ਿੰਮੇਵਾਰੀ ਲੈ ਰਿਹਾ ਤੇ ਕੱਲੀ ਉਹਦੇ ਉੱਤੇ ਐਕਸ਼ਨ ਕਰਨ ਦੀ ਲੋੜ ਨਹੀਂ ਪੂਜਾ। ਸਭ ਤੋਂ ਪਹਿਲਾਂ ਉਹਨਾਂ ਦੇ ਫੋਨ ਜਿਹੜੇ ਜ਼ਬਤ ਕਰਨੇ ਚਾਹੀਦੇ ਆ। ਪੂਰਾ ਇਸ ਗੱਲ ਉੱਤੇ ਕੋਈ ਐਕਸ਼ਨ ਨਹੀਂ ਲੈਂਦਾ, ਫਿਰ ਚਾਹੇ ਉਹ ਸਰਕਾਰ ਹੋਏ ਚਾਹੇ ਉਹ ਪੁਲਿਸ ਦੇ ਵੱਡੇ ਅਧਿਕਾਰੀ ਹੋਣ, ਕਿਉਂਕਿ ਪੂਜਾ ਜੇਲ੍ਹਾਂ ਦੇ ਵਿੱਚ ਫੋਨ ਜਿਹੜੇ ਆ ਉਹ ਕਿਤੇ ਆਸਮਾਨ ਤੋਂ ਤੁਹਾਡੇ ਕਿਤੇ ਨਹੀਂ ਪੂਜਾ, ਪੁਲਿਸ ਅਧਿਕਾਰੀਆਂ ਵੱਲੋਂ ਹੀ ਫੋਨ ਜਿਹੜੇ ਕੀ ਅੰਦਰ ਜਾਂਦੇ ਹੋਣੇ। ਏਦਾਂ ਹੋ ਨਹੀਂ ਸਕਦਾ ਪੂਜਾ ਕਿ ਜਿਹੜੇ ਕੀ ਹੈ ਫੋਨ ਜਿਹੜਾ ਕਿ ਕੈਦੀ ਅੰਦਰ ਲੈ ਕੇ ਜਾਂਦੇ ਹੋਣ। ਤੇ ਪੂਜਾ ਕਿਤੇ ਨਾ ਕਿਤੇ ਜਾਂਚ ਦਾ ਵਿਸ਼ਾ ਬਣਨਾ ਚਾਹੀਦਾ ਹੈ, ਕਿਉਂਕਿ ਪੂਜਾ ਅਗਰ ਬੰਦੇ ਜੇਲ੍ਹਾਂ ਦੇ ਅੰਦਰ ਬੈਠ ਕੇ ਜ਼ਿੰਮੇਵਾਰੀਆਂ ਲੈਣਗੇ ਪੂਜਾ, ਤੇ ਫਿਰ ਜਿਹੜਾ ਕਿ ਆਮ ਬੰਦਾ ਜਿਹੜਾ ਬਾਹਰ ਘੁੰਮ ਰਿਹਾ ਸੜਕਾਂ ਤੇ ਨਾਰਮਲ ਘੁੰਮ ਰਿਹਾ, ਜਾਂ ਜਿਹੜੇ ਹੋਰ ਨੌਜਵਾਨ ਜਿਹੜੇ ਘੁੰਮ ਰਹੇ ਆ, ਉਹ ਕਿਵੇਂ ਨਹੀਂ ਪੂਜਾ ਇਸ ਚੀਜ਼ ਦਾ ਸ਼ਿਕਾਰ ਹੋਣਗੇ। ਤੇ ਪੂਜਾ ਸਭ ਤੋਂ ਪਹਿਲਾਂ ਜਿਹੜਾ ਕੀ ਹੈ ਵਾਰਦਾਤਾਂ ਰੋਕਣ ਲਈ ਜੇਲ੍ਹ ਦੇ ਵਿੱਚ ਜਿਹੜਾ ਫੋਨ ਯੂਜ਼ ਹੁੰਦੇ ਆ ਪੂਜਾ, ਸਭ ਤੋਂ ਪਹਿਲਾਂ ਇਹਨੂੰ ਨਕੇਲ ਪਾਉਣ ਦੀ ਜ਼ਰੂਰਤ ਹੈ। ਤੇ ਪੂਜਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜਾ ਕੀ ਹੈ 50% ਕ੍ਰਾਈਮ ਜਿਹੜਾ ਕੀ ਉਹ ਘਟ ਜਾਏਗਾ। ਜੀ ਪੂਜਾ। ਗੋਲਡੀ ਬਰਾੜ ਦਾ ਨਾਂ ਸ਼ਾਇਦ ਹੀ ਕੋਈ ਸਿੱਧੂ ਮੂਸੇਵਾਲੇ ਕਤਲकांड ਤੋਂ ਪਹਿਲਾਂ ਜਾਣਦਾ ਹੋਵੇਗਾ। ਸ਼ਸ਼ਾਂਕ, ਸਫਰ ਦੀ ਗੱਲ ਕਰੀਏ, ਜੁਰਮ ਦੀ ਦੁਨੀਆ ਦੇ ਵਿੱਚ ਕਦਮ ਰੱਖਣ ਦੀ ਗੱਲ ਕਰੀਏ, ਇਹ ਜੁਰਮ ਦੀ ਦੁਨੀਆ ਦੇ ਵਿੱਚ ਕਦ ਕਦਮ ਰੱਖਿਆ ਤੇ ਲਾਰੈਂਸ ਦੇ ਨਾਲ ਕਿੰਨੀ ਨਜ਼ਦੀਕੀਆਂ ਹੈ ਗੋਲਡੀ ਬਰਾੜ ਦੀ? ਜੀ ਪੂਜਾ, ਮੈਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਸਵੇਰੇ ਦੀ ਵੀ ਦੱਸਿਆ ਸੀਗਾ ਕਿ ਜਿਹੜਾ ਗੋਲਡੀ ਬਰਾੜ ਹੈ ਤੇ ਲਾਰੈਂਸ ਬਿਸ਼ਨੋਈ ਹੈ ਪੂਜਾ, ਇਹ ਕਾਫੀ ਸਮੇਂ ਤੋਂ ਇਕੱਠੇ ਰਹਿ ਰਹੇ ਹੈ। ਹਾਲਾਂਕਿ ਗੋਲਡੀ ਬਰਾੜ ਦਾ ਕਿਸੇ ਵੱਡੀ ਵਾਰਦਾਤ ਦੇ ਵਿੱਚ ਨਾਮ ਨਹੀਂ ਆਇਆ, ਕਿਉਂਕਿ ਬੇਸ਼ੱਕ ਨਾਲ ਰਹਿੰਦਾ ਸੀ, ਸ਼ਾਇਦ ਵਾਰਦਾਤਾਂ ਦੇ ਵਿੱਚ ਨਾਮ ਆਉਂਦਾ ਹੋਏ ਤੇ ਉੱਥੋਂ ਦੀ ਫਰਾਰ ਹੋ ਜਾਂਦਾ ਹੋਏ, ਲੇਕਿਨ ਖੁੱਲ ਕੇ ਉਦੋਂ ਇਹਦਾ ਨਾਮ ਅੱਗੇ ਹੈ ਜਦੋਂ ਕਿ ਗੁਰਲਾਲ ਬਰਾੜ ਦਾ ਮਰਡਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਵਿੱਕੀ ਮਿੱਡੂ ਖੇੜਾ ਦਾ ਮਰਡਰ ਹੋਣਾ, ਤੇ ਕਿਤੇ ਨਾ ਕਿਤੇ ਪੂਜਾ ਭਰਾ ਦੇ ਮਰਡਰ ਤੋਂ ਬਾਅਦ ਕੀ ਖੁੱਲ ਕੇ ਸਾਹਮਣੇ ਆ। ਇਸੇ ਕਰਕੇ ਪੂਜਾ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਜਿਹੜਾ ਕਿ ਮਰਵਾਇਆ ਉਹਦਾ ਮਾਸਟਰ ਮਾਈਂਡ ਮੰਨਿਆ ਜਾਂਦਾ, ਤੇ ਇਹਨਾਂ ਨੇ ਸ਼ਰੇਆਮ ਪੋਸਟ ਪਾ ਕੇ ਜਿਹੜਾ ਕਿ ਸਿੱਧੂ ਮੂਸੇਵਾਲੇ ਦੇ ਮਰਡਰ ਦੀ ਆਪਣੇ ਉੱਤੇ ਜਿਹੜਾ ਕੀ ਹੈ ਕਬੂਲਨਾਮਾ ਕੀਤਾ ਕਿ ਉਹ ਮੈਂ ਕੀਤਾ। ਤੇ ਪੂਜਾ ਕਿਤੇ ਨਾ ਕਿਤੇ ਜਿਹੜਾ ਰਹੀ ਗੱਲ ਲਾਰੈਂਸ ਤੇ ਗੋਲਡੀ ਬਰਾੜ ਦੇ ਰਿਲੇਸ਼ਨ ਦੀ ਪੂਜਾ, ਕਾਫੀ ਸਮੇਂ ਤੋਂ ਇਹ ਇਕੱਠੇ ਰਹਿ ਰਹੇ ਸੀਗੇ ਤੇ ਕਿਤੇ ਨਾ ਕਿਤੇ ਜਿਹੜੀ ਆਪਸੀ ਨੇੜਤਾ ਸੀਗੀ ਬਹੁਤ ਜ਼ਿਆਦਾ ਸੀਗੀ। ਬੇਸ਼ੱਕ ਪੂਜਾ ਕੇਸਾਂ ਦੇ ਵਿੱਚ ਇਹਦਾ ਨਾਮ ਨਹੀਂ ਹੈ, ਕਿਉਂਕਿ ਪੂਜਾ ਕਦੀ ਏਦਾਂ ਹੁੰਦਾ ਹੈ ਕਿ ਜਦੋਂ ਕੋਈ ਵੀ ਗੈਂਗਸਟਰ ਬੜਾ ਗੈਂਗਸਟਰ ਕੋਈ ਵੀ ਵਾਰਦਾਤ ਕਰਦਾ ਹੈ ਤਾਂ ਉਹ ਆਪਣੇ ਜਿਹੜੇ ਯਾਰ ਦੋਸਤ ਆ ਉਹਨਾਂ ਦਾ ਨਾਮ ਨਹੀਂ ਲੈਂਦਾ, ਕਿਉਂਕਿ ਉਹਨੂੰ ਲੱਗਦਾ ਕਿ ਅਸੀਂ ਤਾਂ ਫਸ ਹੀ ਰਹੇ ਹਾਂ ਤੇ ਅਸੀਂ ਇਹਨਾਂ ਨੂੰ ਕਿਉਂ ਫਸਾਈਏ, ਕਿ ਸਾਡੇ ਬਾਹਰਲੇ ਫਿਰ ਕੰਮ ਕੌਣ ਕਰੇਗਾ। ਇਸੇ ਕਰਕੇ ਪੂਜਾ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੇ ਇसी ਚੱਕਰਾਂ ਦੇ ਵਿੱਚ ਆ ਕੇ ਲਾਰੈਂਸ ਬਿਸ਼ਨੋਈ ਨੇ ਕਦੀ ਗੋਲਡੀ ਬਰਾੜ ਦਾ ਨਾਮ ਲਿੱਤਾ ਨਾ ਗੋਲਡੀ ਬਰਾੜ ਕਦੀ ਅੱਗੇ ਆ, ਕਿਉਂਕਿ ਪੂਜਾ ਬੈਕਹੈਂਡ ਤੇ ਰਹਿ ਕੇ ਵੀ ਕਈ ਗੈਂਗਸਟਰ ਕੰਮ ਕਰਦੇ ਨੇ, ਉਹ ਸਰਕਾਰਾਂ ਦੀ ਨਜ਼ਰਾਂ ਦੇ ਵਿੱਚ ਨਹੀਂ ਆਉਂਦੇ। ਲੇਕਿਨ ਇਸ ਵਾਰ ਗੋਲਡੀ ਬਰਾੜ ਦੇ ਭਰਾ ਦਾ ਕਤਲ ਹੋਇਆ, ਇਹਨੇ ਬਦਲਾ ਲੈਣ ਵਾਸਤੇ ਸਿੱਧੂ ਮੂਸੇਵਾਲੇ ਦਾ ਜਿਹੜਾ ਕਿ ਕਤਲ ਕਰਵਾਇਆ, ਤੇ ਪੂਜਾ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਇੱਕ ਜਾਂਚ ਦਾ ਵਿਸ਼ਾ ਵੀ ਹੈ। ਤੇ ਪੂਜਾ ਰਹੀ ਗੱਲ ਇਹਨਾਂ ਦੋਨਾਂ ਤੇ ਕਾਫੀ ਸਮੇਂ ਤੋਂ, ਮੇਰੇ ਖਿਆਲ ਨਾਲ ਪੂਜਾ 14-15 ਸਾਲ ਤੋਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਜਿਹੜਾ ਕੀ ਇਕੱਠੇ ਰਹਿ ਰਹੇ ਸੀਗੇ। ਜੀ ਪੂਜਾ। ਬਿਲਕੁਲ, ਤੇ ਕਿਤੇ ਨਾ ਕਿਤੇ ਕਨੈਕਸ਼ਨ ਜਿਹੜਾ ਹੈ ਉਹ ਪੁਰਾਣਾ ਹੈ, ਕੋਈ ਨਵਾਂ ਕਨੈਕਸ਼ਨ ਨਹੀਂ ਹੈ। ਤੇ ਅਮਰਜੀਤ ਜੁੜ ਗਏ ਨੇ ਮਾਨਸਾ ਤੋਂ ਸਾਡੇ ਨਾਲ। ਅਮਰਜੀਤ, ਗੱਲ ਕੀਤੀ ਜਾਵੇ ਕਨੈਕਸ਼ਨ ਦੀ, ਅਸੀਂ ਗੱਲ ਕਰ ਰਹੇ ਸਿੱਧੂ ਮੂਸੇਵਾਲੇ ਦਾ ਡਾਇਰੈਕਟ ਕੰਟੈਕਟ ਹੈ ਇਸ ਪੂਰੇ ਕਨੈਕਸ਼ਨ ਦੇ ਨਾਲ, ਇਸ ਪੂਰੇ ਮਰਡਰ ਦੇ ਨਾਲ, ਲੇਕਿਨ ਕਿਸ ਤਰੀਕੇ ਦੇ ਨਾਲ ਮੂਸੇਵਾਲਾ ਜਿਹੜਾ ਹੈ ਉਹ ਇਹਨਾਂ ਗੈਂਗਸਟਰਸ ਦੇ ਨਾਲ ਕੰਟੈਕਟ ਦੇ ਵਿੱਚ ਆਇਆ, ਚਾਹੇ ਉਹ ਬਿਸ਼ਨੋਈ ਹੋਵੇ ਜਾਂ ਕਿਹਾ ਇਹ ਵੀ ਜਾਂਦਾ ਹੈ ਕਿ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਜਿਹੜਾ ਹੈ ਨਜ਼ਦੀਕੀਆਂ ਰਹੀਆਂ ਮੂਸੇਵਾਲੇ ਦੀ, ਇਸ ਕਰਕੇ ਸ਼ਾਇਦ ਇਹ ਕਤਲ ਕੀਤਾ ਗਿਆ। ਦੇਖੋ ਪੂਜਾ, ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦਾ ਪਿਤਾ ਵੱਲੋਂ ਕਈ ਵਾਰ ਬਿਆਨ ਦਿੱਤਾ ਗਿਆ ਕਿ ਸਿੱਧੂ ਮੂਸੇਵਾਲਾ ਇੱਕ ਆਮ ਪਰਿਵਾਰ ਦਾ ਬੱਚਾ ਸੀ ਜਿਸਨੇ ਛੋਟੀ ਉਮਰ 'ਚ ਵੱਡਾ ਮੁਕਾਮ ਹਾਸਲ ਕੀਤਾ ਸੀ, ਪਰ ਗੈਂਗਸਟਰ ਉਹਨਾਂ ਕੋਲੋਂ ਜਿਹੜਾ ਫਰੋਤੀਆਂ ਦੀ ਮੰਗ ਕਰਦੇ ਆ ਰਹੇ ਸੀ। ਹਾਲਾਂਕਿ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਸਿੱਧੂ ਮੂਸੇਵਾਲਾ ਦਾ ਕਿਸੇ ਵੀ ਗੈਂਗ ਨਾਲ ਕੋਈ ਲਿੰਕ ਨਹੀਂ ਸੀਗਾ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਿੱਧੂ ਮੂਸੇਵਾਲੇ ਦਾ ਮੋਬਾਈਲ ਜਿਹੜਾ ਪੁਲਿਸ ਦੇ ਕੋਲ ਕਰੀਬ 4-5 ਮਹੀਨੇ ਜਿਹੜਾ ਰਿਹਾ ਹੈਗਾ, ਤਾਂ ਉਸ ਦੇ ਵਿੱਚ ਕੋਈ ਐਸਾ ਕੰਟੈਕਟ ਸਾਹਮਣੇ ਨਹੀਂ ਆਇਆ ਕਿ ਉਹ ਕਿਸੇ ਗੈਂਗ ਦਾ ਹਿੱਸਾ ਸੀ। ਹਾਲਾਂਕਿ ਉਸਦਾ ਜਿਹੜਾ ਮਰਡਰ ਦਿਨ ਦਿਹਾੜੇ ਕਰ ਦਿੱਤਾ ਗਿਆ ਸੀ, ਤਾਂ ਲਗਾਤਾਰ ਪਰਿਵਾਰ ਇਨਸਾਫ ਦੀ ਮੰਗ ਕਰਦਾ ਆ ਰਿਹਾ ਸੀਗਾ। ਕੈਂਡਲ ਮਾਰਚ ਵੀ ਕੱਢੇ ਗਏ, ਤਾਂ ਹਰ ਸੰਡੇ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਧੂ ਦੇ ਚਾਹਵਾਨ ਜਿਹੜੇ ਹੈਗੇ ਸੀਗੇ ਪਿੰਡ ਮੂਸਾ ਪਹੁੰਚਦੇ ਸੀ। ਤਾਂ ਹਰ ਵਾਰ ਜਿਹੜਾ ਸਿੱਧੂ ਮੂਸੇਵਾਲੇ ਦੇ ਮਾਂ-ਬਾਪ ਬਿਆਨ ਦੇ ਰਾਹੀਂ ਆਪਣਾ ਦਰਦ ਬਿਆਨ ਕਰਦੇ ਸੀ ਕਿ ਪਰਿਵਾਰ ਨੂੰ ਇਨਸਾਫ ਮਿਲੇ, ਕਿਉਂਕਿ ਗੋਲਡੀ ਬਰਾੜ ਵੱਲੋਂ ਮੂਸੇਵਾਲਾ ਕਤਲ ਮਾਮਲੇ ਦੀ ਜ਼ਿੰਮੇਵਾਰੀ ਲਈ ਗਈ ਸੀ। ਗੋਲਡੀ ਬਰਾੜ ਉਹ ਸ਼ਖਸ ਹੈ ਜਿਹਦੇ ਉੱਪਰ ਕਰੀਬ 16 ਜਿਹੜੇ ਅਪਰਾਧਿਕ ਮਾਮਲੇ ਦਰਜ ਨੇ, ਜਿਹਦੇ ਵਿੱਚ ਲੋੜੀਂਦਾ ਸੀ। ਤਾਂ ਹੁਣ ਸਿੱਧੂ ਮੂਸੇਵਾਲਾ ਹਾਈ ਪ੍ਰੋਫਾਈਲ ਮਾਮਲਾ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ। ਤਾਂ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ। ਪਿਛਲੇ ਦਿਨੀ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ 2 ਕਰੋੜ ਰੁਪਇਆ ਦਿੱਤਾ ਜਾਏਗਾ ਅਗਰ ਗੋਲਡੀ ਬਰਾੜ ਦੀ ਕੋਈ ਗ੍ਰਿਫਤਾਰੀ ਕਰਵਾਏਗਾ ਜਾਂ ਉਸ ਬਾਰੇ ਸੂਚਨਾ ਦੇਗਾ। ਤਾਂ ਜਿਸ ਤੋਂ ਬਾਅਦ ਅੱਜ ਜਿਹੜਾ ਸੀਐਮ ਪੰਜਾਬ ਵੱਲੋਂ ਖੁਦ ਪੁਸ਼ਟੀ ਜਿਹੜੀ ਇਹਦੀ ਕੀਤੀ ਗਈ ਹੈਗੀ ਪ੍ਰੈਸ ਕਾਨਫਰੰਸ ਕਰਕੇ ਕਿ ਗੋਲਡੀ ਬਰਾੜ ਨੂੰ ਜਿਹੜਾ ਹਿਰਾਸਤ ਡਿਟੇਨ ਕੀਤਾ ਗਿਆ ਤੇ ਜਲਦ ਭਾਰਤ ਲਿਆਇਆ ਜਾਏਗਾ, ਪੰਜਾਬ ਲਿਆਂਦਾ ਜਾਏਗਾ ਉਸ ਤੋਂ ਬਾਅਦ ਜੀ। ਲੇਕਿਨ ਕਿਤੇ ਨਾ ਕਿਤੇ ਜਿਹੜਾ ਪਰਿਵਾਰ ਹੈ, ਪਿਤਾ ਹੈ ਬਲਕੌਰ ਸਿੰਘ, ਉਹਨਾਂ ਨੂੰ ਹਲੇ ਵੀ ਯਕੀਨ ਨਹੀਂ ਹੈ ਕਿ ਉਹ ਭਾਰਤ ਆਏਗਾ। ਇਹ ਅਸੀਂ ਬਿਆਨ ਵੀ ਸੁਣ ਰਹੇ ਸੀ ਉਹਨਾਂ ਦਾ। ਬਿਲਕੁਲ, ਦੇਖੋ ਪਰਿਵਾਰ ਮੰਗ ਜ਼ਰੂਰ ਕਰ ਰਿਹਾ ਕਿ ਜਦੋਂ ਤੱਕ ਪੰਜਾਬ ਨਹੀਂ ਲਿਆਂਦਾ ਜਾਂਦਾ ਗੋਲਡੀ ਬਰਾੜ ਨੂੰ ਉਦੋਂ ਤੱਕ ਉਹ ਜਿਹੜਾ ਯਕੀਨ ਨਹੀਂ ਮੰਨਣਗੇ। ਹਾਲਾਂਕਿ ਉਹਨਾਂ ਨੇ ਲਗਾਤਾਰ ਇਹ ਵੀ ਕਿਹਾ ਗਿਆ ਕਿ ਅਗਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਉਹ ਜਿਹੜਾ ਸਵਾਗਤ ਕਰਦੇ ਆ ਕੈਲੀਫੋਰਨੀਆ ਪ੍ਰਸ਼ਾਸਨ ਦਾ, ਤੇ ਕਿਦੋਂ ਇਸ ਦੇ ਲਈ ਕਦੋਂ ਪ੍ਰੋਸੈਸ ਚੱਲੇਗਾ ਤੇ ਕਦੋਂ ਪੰਜਾਬ ਲਿਆਂਦਾ ਜਾਏਗਾ ਇਹ ਸਮਾਂ ਆਉਣ ਵਾਲਾ ਜਿਹੜਾ ਦੱਸੇਗਾ ਜੀ। ਬਿਲਕੁਲ, ਇਸ ਦੇ ਨਾਲ ਹੀ ਜਿਹੜਾ ਗੋਲਡੀ ਬਰਾੜ ਦੇ ਸਫ਼ਰ ਦੀ ਅਸੀਂ ਗੱਲ ਕਰ ਰਹੇ ਤੇ ਹਾਲਾਂਕਿ ਉਹ ਇਹ ਵੀ ਮੰਗ ਕਰ ਰਹੇ ਕਿ ਬਿਸ਼ਨੋਈ ਨੂੰ ਤੇ ਜਿਹੜਾ ਜੱਗੂ ਭਗਵਾਨਪੁਰੀ ਇਹਨਾਂ ਸਾਰਿਆਂ ਨੂੰ ਇਕੱਠੇ ਬਹਿ ਕੇ ਜਿਹੜਾ ਇੱਕ ਇੰਟਰੋਗੇਸ਼ਨ ਕੀਤੀ ਜਾਵੇ। ਬਿਲਕੁਲ, ਦੇਖੋ ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਕਾਫੀ ਜਿਹੜੇ ਨਜ਼ਦੀਕੀ ਨੇ, ਕਿਉਂਕਿ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਦੋਨਾਂ ਦਾ ਜਿਹੜਾ ਹੱਥ ਸਾਹਮਣੇ ਆਉਂਦਾ। ਜਿਸ ਤਰ੍ਹਾਂ ਫੇਸਬੁੱਕ ਦੇ ਉੱਪਰ ਜਾਂ ਸੋਸ਼ਲ ਮੀਡੀਆ ਦੇ ਉੱਪਰ ਜ਼ਿੰਮੇਵਾਰੀਆਂ ਲਈ ਜਾਂਦੀਆਂ ਨੇ। ਗੋਲਡੀ ਬਰਾੜ ਨੂੰ ਹੁਣ ਜਿਹੜਾ ਪੰਜਾਬ ਲਿਆਂਦਾ ਜਾਏਗਾ ਤਾਂ ਪਰਿਵਾਰ ਨੇ ਇੱਕ ਮੰਗ ਹੋਰ ਕੀਤੀ ਹੈ ਕਿ ਗੋਲਡੀ ਬਰਾੜ ਤੋਂ ਜਿਹੜਾ ਸਖਤੀ ਨਾਲ ਪੁੱਛਤਾਛ ਕੀਤੀ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਇਸ ਦਾ ਨਾਰਕੋ ਟੈਸਟ ਜਿਹੜਾ ਕਰਵਾਇਆ ਜਾਵੇ ਤਾਂ ਕਿ ਇਸ ਦੇ ਵਿੱਚ ਕੋਈ ਸਿੰਗਰ ਜਾਂ ਕੋਈ ਰਾਜਨੇਤਾ ਹੋਰ ਵੀ ਇਨਵੋਲਵ ਹੋ ਸਕਦਾ, ਤਾਂ ਕਿ ਇਹਦੀ ਪੂਰੀ ਤਹਿਕੀਕਾਤ ਹੋ ਕੇ ਹੋਰ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਜੀ। ਅਮਰਜੀਤ, ਕਦੇ ਪਰਿਵਾਰ ਨੇ ਕਿਸੇ ਦਾ ਹੋਰ ਦਾ ਨਾਂ ਲਿੱਤਾ ਕਿ ਕੋਈ ਰਾਜਨੀਤਿਕ ਸ਼ਖਸ ਕੌਣ ਹੋ ਸਕਦਾ ਜਾਂ ਮਿਊਜ਼ਿਕ ਇੰਡਸਟਰੀ ਤੋਂ ਹੋਰ ਕੌਣ ਹੋ ਸਕਦਾ ਹੈ? ਬਿਲਕੁਲ, ਦੇਖੋ ਪੂਜਾ, ਹਾਲਾਂਕਿ ਪਰਿਵਾਰ ਵੱਲੋਂ ਜਿਹੜਾ ਜਨਤਕ ਕਿਸੇ ਵੀ ਰਾਜਨੇਤਾ ਲੀਡਰ ਦਾ ਜਾਂ ਕਿਸੇ ਸਿੰਗਰ ਦਾ ਨਾਮ ਨਹੀਂ ਲਿਆ ਗਿਆ, ਪਰ ਪੁਲਿਸ ਦੇ ਧਿਆਨ ਦੇ ਵਿੱਚ ਪਰਿਵਾਰ ਵੱਲੋਂ ਲਿਆ ਦਿੱਤਾ ਗਿਆ ਜਿਨ੍ਹਾਂ ਦੇ ਉੱਪਰ ਉਹਨਾਂ ਪਰਿਵਾਰ ਨੂੰ ਸ਼ੱਕ ਹੈਗਾ, ਕਿਉਂਕਿ ਉਹ ਸ਼ੱਕ ਜਤਾਇਆ ਜਾ ਰਿਹਾ। ਉਹ ਪਰਿਵਾਰ ਦਾ ਇਹੀ ਕਹਿਣਾ ਹੈਗਾ, ਉਹਨਾਂ ਨੇ ਸਾਡੇ ਨਾਲ ਕਈ ਵਾਰ ਗੱਲਬਾਤ ਦੌਰਾਨ ਵੀ ਦੱਸਿਆਗਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੇ ਵਿੱਚ ਕਈ ਹੋਰ ਵੀ ਜਿਹੜੇ ਲੀਡਰ ਜਾਂ ਸਿੰਗਰਾਂ ਦਾ ਹੱਥ ਆ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਮੋਹਰਾ ਬਣਾ ਕੇ ਇੱਕ ਗਰੁੱਪ ਦਾ ਸਦੱਸਿਆ ਬਣਾ ਕੇ ਜਿਹੜਾ ਪੇਸ਼ ਕੀਤਾ, ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਨਾਲ ਦੁਸ਼ਮਣੀ ਪਵਾਈ ਆ। ਹਾਲਾਂਕਿ ਉਹਨਾਂ ਦਾ ਇਹ ਕਹਿਣਾ ਗਿਆ ਕਿ ਸਿੱਧੂ ਮੂਸੇਵਾਲਾ ਜੋ ਸੁਭਦੀਪ ਸਿੱਧੂ ਸੀ ਤਾਂ ਉਸਦਾ ਕਿਸੇ ਗੈਂਗ ਨਾਲ ਜਾਂ ਕਿਸੇ ਨਾਲ ਕੋਈ ਨੇੜਤਾ ਨਹੀਂ ਸੀ, ਨਾ ਹੀ ਕਿਸੇ ਦੇ ਨਾਲ ਵਿਰੋਧ ਸੀ। ਉਹ ਸਿਰਫ ਆਪਣੇ ਗਾਣਿਆਂ ਰਾਹੀਂ ਆਪਣਾ ਮਕਾਮ ਹਾਸਲ ਕਰਕੇ ਆਪਣਾ ਨਾਮ ਜਿਹੜਾ ਰੋਸ਼ਨ ਕੀਤਾ ਸੀਗਾ। ਤਾਂ ਇਨਸਾਫ ਦੀ ਮੰਗ ਲਗਾਤਾਰ ਪਰਿਵਾਰ ਹੁਣ ਇਹੀ ਕਰ ਰਿਹਾ ਹੈਗਾ ਕਿ ਇਹਦੀ ਤਹਿਕੀਕਾਤ ਬਰੀਕੀ ਤੌਰ ਤੇ ਪੂਰੀ ਜਿਹੜੀ ਹੋਣੀ ਚਾਹੀਦੀ ਹੈ। ਦੱਸਦੀ ਹੈ ਕਿ ਦੇਖੋ ਜਿਸ ਤਰ੍ਹਾਂ ਪਹਿਲਾਂ NIA ਦੀ ਇਨਵੋਲਵਮੈਂਟ ਹੋਈ ਆ, ਦਿੱਲੀ ਸਪੈਸ਼ਲ ਸੈੱਲ ਵੱਲੋਂ ਵੀ ਕਈ ਜਿਹੜੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਆਰੋਪੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਲਗਾਤਾਰ 2 ਦਰਜਨ ਤੋਂ ਜ਼ਿਆਦਾ ਜਿਹੜੇ ਵਿਅਕਤੀ ਕਾਬੂ ਕੀਤੇ ਗਏ ਸੀ, 2 ਦਾ ਐਨਕਾਊਂਟਰ ਵੀ ਹੋ ਚੁੱਕਿਆ ਹੈਗਾ। ਪਰ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ, ਦੇਖੋ ਕਈ ਵਾਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਪਸ਼ਟ ਚਾਹੇ ਸਿੱਧਾ ਨਾਮ ਨਹੀਂ ਲਿਆ, ਪਰ ਉਹਨਾਂ ਨੇ ਕਈ ਵਾਰੀ ਕਿਹਾ ਕਿ ਚਿੱਟੇ ਕੱਪੜਿਆਂ ਦੇ ਵਿੱਚ ਵੀ ਕਈ ਸਿੱਧੂ ਮੂਸੇਵਾਲਾ ਦੇ ਜਿਹੜੇ ਆਰੋਪੀ ਨੇ, ਦੋਸ਼ੀ ਨੇ, ਉਹ ਵੀ ਘੁੰਮ ਰਹੇ ਨੇ। ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਆ, ਜਾਂ ਜਿਸਨੇ ਇਹਦਾ ਪੂਰੀ ਘਟਨਾ ਕਿਸ ਤਰ੍ਹਾਂ ਇਹਦੀ ਪਲਾਨ ਬਣਿਆ ਸਿੱਧੂ ਨੂੰ ਮਾਰਨ ਦਾ, ਤਾਂ ਕਿਹਦੇ ਅੱਖਾਂ ਦੇ ਵਿੱਚ ਰੜਕਦਾ ਸੀ। ਉਹ ਲਗਾਤਾਰ ਜਿਹੜੇ ਵੱਡੇ ਸਵਾਲ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਸਰਕਾਰ ਤੇ ਪ੍ਰਸ਼ਾਸਨ ਨੂੰ ਹਰ ਵਾਰ ਹੁੰਦੇ ਆ ਜੀ। ਜੇਕਰ ਏਜੰਸੀਜ਼ ਦੀ ਗੱਲ ਕੀਤੀ ਜਾਏ ਤੇ ਤੁਸੀਂ ਵੀ ਦੱਸ ਰਹੇ ਹੋ ਕਿ ਪੰਜਾਬ ਪੁਲਿਸ ਚਾਹੇ ਦਿੱਲੀ ਦੀ ਸਪੈਸ਼ਲ ਸੈੱਲ ਹੋਵੇ ਜਾਂ ਫਿਰ NIA ਵੱਲੋਂ ਜਿਹੜਾ ਹੈ ਪੂਰੇ ਇਸ ਮਾਮਲੇ ਦੀ ਇਨਵੋਲਵਮੈਂਟ ਰਹੀ ਤੇ ਲੇਕਿਨ ਪੰਜਾਬ ਪੁਲਿਸ ਤੇ ਕਿਤੇ ਨਾ ਕਿਤੇ ਕਈ ਵਾਰੀ ਪਰਿਵਾਰ ਨੂੰ ਜਾਂ ਲੋਕਾਂ ਨੂੰ ਭਰੋਸਾ ਨਹੀਂ ਹੁੰਦਾ ਸੀਗਾ। ਲੇਕਿਨ ਸੈਂਟਰ ਏਜੰਸੀਜ਼ ਦੀ ਜਿਹੜੀ ਕਾਰਵਾਈਆਂ ਨੇ ਜਾਂ ਉਹਨਾਂ ਵੱਲੋਂ ਜਿਹੜੀ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਗਈ ਹੈ, ਲੋਕਾਂ ਦਾ, ਖਾਸ ਕਰ ਮਾਨਸਾ ਦੇ ਲੋਕਾਂ ਦਾ ਇਸ ਚੀਜ਼ ਨੂੰ ਲੈ ਕੇ ਕੀ ਕੁਝ ਕਹਿਣਾ ਸੀਗਾ, ਪਰਿਵਾਰ ਦਾ ਕੀ ਕੁਝ ਕਹਿਣਾ ਰਿਹਾ? ਦੇਖੋ ਪੂਜਾ, ਜਿਸ ਤਰ੍ਹਾਂ ਤੁਸੀਂ ਪੰਜਾਬ ਪੁਲਿਸ ਦੀ ਗੱਲ ਕੀਤੀ ਤਾਂ ਵੱਡੇ ਸਵਾਲ ਕਈ ਪੰਜਾਬ ਪੁਲਿਸ ਦੇ ਖੜੇ ਹੋਏ ਨੇ। ਜਿਸ ਤਰ੍ਹਾਂ ਪਹਿਲਾਂ ਜਿਹੜੇ ਮੁਲਜ਼ਮ ਸੀਗੇ ਤਾਂ ਕਰੀਬ 1.5 ਤੋਂ 2 ਘੰਟੇ ਉਹ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਘੁੰਮਦੇ ਰਹੇ, ਨਾਕਾਬੰਦੀ ਨਹੀਂ ਕੀਤੀ ਗਈ। ਪਰਿਵਾਰ ਦੇ ਵੱਡੇ ਸਵਾਲ ਸੀਗੇ ਪੁਲਿਸ ਦੇ ਉੱਪਰ। ਤਾਂ ਹਾਲਾਂਕਿ ਉਸ ਤੋਂ ਬਾਅਦ 2 ਦਰਜਨ ਦੇ ਕਰੀਬ ਦਿੱਲੀ ਸਪੈਸ਼ਲ ਸੈੱਲ ਦੇ ਨਾਲ ਸਾਂਝੇ ਆਪਰੇਸ਼ਨ ਦੌਰਾਨ ਕਈ ਜਿਹੜੇ ਆਰੋਪੀ ਸੀ ਉਹ ਹਿਰਾਸਤ ਦੇ ਵਿੱਚ ਲਏ ਗਏ ਸੀ। ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਪ੍ਰਿਤਪਾਲ ਜੋ CI ਇੰਚਾਰਜ ਸੀਗਾ, ਉਹਦੀ ਇਨਵੋਲਵਮੈਂਟ ਦੀਪਕ ਟੀਨੂ ਨੂੰ ਭਜਾਉਣ ਦੇ ਵਿੱਚ ਆਈ ਤਾਂ ਵੱਡਾ ਸਵਾਲ ਇੱਕ ਖੜਾ ਹੋ ਗਿਆ ਪੁਲਿਸ ਦੇ ਉੱਪਰ। ਜਿਸ ਤਰ੍ਹਾਂ ਪੁਲਿਸ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਆਈ ਸੀ। ਹਾਲਾਂਕਿ ਚਾਹੇ ਉਸ ਤੋਂ ਬਾਅਦ ਪਰਿਵਾਰ ਵੱਲੋਂ ਜਿਹੜਾ
ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀਗੀ। ਬਿਲਕੁਲ, ਤੇ ਪਰਿਵਾਰ ਇਨਸਾਫ ਦੀ ਮੰਗ ਜ਼ਰੂਰ ਕਰ ਰਿਹਾ ਹੈ। ਤੇ ਸਾਡੇ ਨਾਲ ਭਜਨ ਵੀ ਜੁੜੇ ਨੇ। ਭਜਨ, ਸੀਐਮ ਮਾਨ ਦਾ ਬਿਆਨ ਤੁਸੀਂ ਵੀ ਸੁਣਿਆ ਹੋਣਾ। ਉਹਨਾਂ ਨੇ ਕਿਹਾ ਕਿ ਅੱਜ ਜਿਹੜਾ ਡਿਟੇਨ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਹੈ। ਪਹਿਲਾਂ ਜਿਹੜਾ ਇਹ ਪੁਸ਼ਟੀ ਨਹੀਂ ਹੋ ਰਹੀ ਸੀ, ਗੁਜਰਾਤ ਦੇ ਵਿੱਚ ਜਾ ਕੇ ਇਹ ਪੁਸ਼ਟੀ ਕੀਤੀ ਹੈ। ਕਿਸ ਤਰੀਕੇ ਦੇ ਸਿਆਸੀ ਮਾਇਨੇ ਦੇਖਦੇ ਹੋ ਇਹਨਾਂ ਬਿਆਨ ਦੇ? ਪੂਜਾ ਜੀ, ਪਿਛਲੇ 3 ਮਹੀਨੇ ਤੋਂ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਹੈਗਾ ਸਿੱਧੂ ਮੂਸੇਵਾਲਾ ਕਤਲकांड ਤੇ ਲਗਾਤਾਰ ਜਿਹੜਾ ਹੈ ਸਾਰੀਆਂ ਜਿਹੜੀਆਂ ਪਾਰਟੀਆਂ ਉਹ ਸਿਆਸਤ ਕਰ ਰਹੀਆਂ। ਪਰ ਜੇ ਦੇਖਦੇ ਆ ਵੀ ਕਿ ਬਲਕੌਰ ਸਿੰਘ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਸੀ, ਉਹਨਾਂ ਨੇ ਜਿਹੜਾ ਸੀ ਕੱਲ ਇੱਕ ਬਿਆਨ ਦਿੱਤਾ ਸੀ ਕਿ 2 ਕਰੋੜ ਰੁਪਏ ਦਾ ਸਰਕਾਰ ਜਿਹੜਾ ਹੈ ਗੋਲਡੀ ਬਰਾੜ ਤੇ ਇਨਾਮ ਰੱਖੇ, ਜੇਕਰ ਨਹੀਂ ਸਰਕਾਰ ਦੇਗੀ ਤਾਂ ਮੈਂ ਇਹ 2 ਕਰੋੜ ਰੁਪਇਆ ਜਿਹੜਾ ਹੈਗਾ ਉਹ ਦੇਵਾਂਗਾ। ਤਾਂ ਰਾਤ ਹੀ ਜਿਹੜੀ ਖਬਰ ਆ ਗਈ ਕਿ ਜਿਹੜਾ ਗੋਲਡੀ ਬਰਾੜ ਨੂੰ ਕੈਨੇਡਾ ਦੇ ਜਿਹੜਾ ਹੈ ਕੈਲੀਫੋਰਨੀਆ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਕੈਲੀਫੋਰਨੀਆ ਦੇ ਵਿੱਚ ਡਿਟੇਨ ਕੀਤਾ ਗਿਆ। ਤਾਂ ਜੇਕਰ ਆਪਾਂ ਸਿਆਸਤ ਵਿੱਚ ਇੱਕ ਵਾਰੀ ਜਿਹੜਾ ਹੈਗਾ ਪੰਜਾਬ ਦੀ ਸਿਆਸਤ ਜਿਹੜਾ ਹੈਗਾ ਉਹ ਇੱਕ ਵਾਰੀ ਬ੍ਰੇਕਾਂ ਲੱਗ ਚੁੱਕੀਆਂ ਨੇ ਕਿ ਹੁਣ ਜਿਹੜਾ ਵਿਰੋਧੀਆਂ ਕੋਲ ਜਿਹੜਾ ਕੋਈ ਜਵਾਬ ਨਹੀਂ ਬਣਦਾ ਰਿਹਾ ਹੈਗਾ। ਜਿਹੜਾ ਇੱਕ ਵਾਰੀ ਜਿਹੜੀ ਸਿਆਸਤ ਦੇ ਰੋਕ ਲੱਗੀ ਹੈ ਵੀ ਜਿਹੜਾ ਗੋਲਡੀ ਬਰਾੜ ਜਿਹੜਾ ਮਾਸਟਰਮਾਈਂਡ ਸੀਗਾ ਜਿਹੜਾ ਹੈਗਾ ਸਿੱਧੂ ਮੂਸੇਵਾਲਾ ਕਤਲकांड ਤੇ ਜਿਹੜਾ ਹੈਗਾ, ਹੁਣ ਲੱਗਦਾ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਕਲਚਰ ਜਿਹੜਾ ਖਤਮ ਹੋਣ ਜਾ ਰਿਹਾ। ਭਗਵੰਤ ਮਾਨ ਸਰਕਾਰ ਜਿਹੜੀ ਹੈਗੀ ਪੂਰੇ ਇਸ ਤੇ ਜਿਹੜਾ ਪੂਰਾ ਧਿਆਨ ਦੇ ਰਹੀ ਹੈ। ਬਿਲਕੁਲ, ਤੇ ਇਹੀ ਸਵਾਲ ਅਮਰਜੀਤ ਤੁਹਾਡੇ ਤੋਂ ਵੀ ਹੈ। ਪਰਿਵਾਰ ਪਹਿਲਾਂ ਵੀ ਸਰਕਾਰ ਤੇ ਜਿਹੜਾ ਢਿੱਲੀ ਕਾਰਵਾਈ ਦਾ ਆਰੋਪ ਲਗਾਉਂਦੇ ਸੀਗੇ, ਹੁਣ ਕੀ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ ਮੁੱਖ ਮੰਤਰੀ ਨੇ ਬਿਆਨ ਦੇ ਕੇ? ਬਿਲਕੁਲ, ਦੇਖੋ ਇਹ ਵੀ ਇੱਕ ਸਵਾਲ ਉੱਠ ਰਿਹਾ ਕਿਉਂਕਿ ਪੁਲਿਸ ਅਧਿਕਾਰੀ ਵੱਲੋਂ ਨਹੀਂ ਪੁਸ਼ਟੀ ਕੀਤੀ ਗਈ ਹਾਲਾਂਕਿ ਇਸ ਦੀ ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਗਿਆ ਕਿ ਲਿਆਂਦਾ ਜਾਏਗਾ ਜਾਂ ਕਿਸੇ ਕੇਂਦਰੀ ਏਜੰਸੀ ਵੱਲੋਂ ਵੀ ਹਲੇ ਤੱਕ ਜਿਹੜਾ ਸਾਡੇ ਸਾਹਮਣੇ ਨਹੀਂ ਆਇਆ ਹੈਗਾ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੁਸ਼ਟੀ ਜ਼ਰੂਰ ਕੀਤੀ ਗਈ ਹੈ ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਗਿਆ ਤੇ ਜਲਦ ਪੰਜਾਬ ਲਿਆਂਦਾ ਜਾਏਗਾ। ਇਹਦੇ ਵਿੱਚ ਕਿੰਨੀ ਸੱਚਾਈ ਹੈ ਜਾਂ ਕੀ ਹੈਗਾ, ਦੇਖੋ ਇਹ ਜ਼ਰੂਰ ਆਉਣ ਵਾਲੇ ਸਮੇਂ 'ਚ ਪਤਾ ਚੱਲੇਗਾ ਕਿ ਕਦੋਂ ਲਿਆਂਦਾ ਜਾ ਰਿਹਾ ਜਾਂ ਕੀ ਇਸ ਦੇ ਵਿੱਚ ਮੁਸ਼ਕਲਾਂ ਜਾਂ ਔਕੜਾਂ ਆ ਸਕਦੀਆਂ। ਹਾਲਾਂਕਿ ਸੂਤਰਾਂ ਤੋਂ ਜਾਣਕਾਰੀ ਇਹ ਵੀ ਸਾਨੂੰ ਹੱਥ ਲੱਗੀ ਹੈ ਕਿ ਗੋਲਡੀ ਬਰਾੜ ਨੇ ਉੱਥੇ ਜਿਹੜਾ ਆਪਣਾ ਬਿਆਨ ਜਿਹੜਾ ਦਿੱਤਾ ਹੈਗਾ ਜਾਂ ਕਿਹਾ ਹੈਗਾ ਕਿ ਸਾਨੂੰ ਜਿਹੜਾ ਪੰਜਾਬ ਦੇ ਵਿੱਚ ਖਤਰਾ ਹੋ ਸਕਦਾ ਗਾ। ਤਾਂ ਹਾਲਾਂਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਮੇਨ ਆਰੋਪੀ ਜਿਹੜਾ ਮੰਨਿਆ ਗਿਆ ਗੋਲਡੀ ਬਰਾੜ ਨੂੰ ਜਾਂ ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਨੂੰ, ਤਾਂ ਇਸ ਨੂੰ ਲਿਆਉਣ ਦੇ ਵਿੱਚ ਅਗਰ ਪੰਜਾਬ ਪੁਲਿਸ ਪੰਜਾਬ ਸਰਕਾਰ ਕਾਮਯਾਬ ਹੁੰਦੀ ਹੈ ਤਾਂ ਬਹੁਤ ਵੱਡਾ ਜਿਹੜਾ ਇੱਕ ਸ਼ਲਾਘਾਯੋਗ ਅਸੀਂ ਕਦਮ ਕਹਿ ਸਕਦੇ ਹਾਂ। ਕਿਉਂਕਿ ਅਗਰ ਗੋਲਡੀ ਬਰਾੜ ਨੂੰ ਪੰਜਾਬ ਲਿਆਂਦਾ ਜਾਂਦਾ ਤਾਂ ਇਸ ਤੋਂ ਹੋਰ ਵੀ ਜਿਹੜਾ ਪੁੱਛਤਾਛ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਤਾਂ ਪਰਿਵਾਰ ਵੀ ਇਹੀ ਕਹਿ ਰਿਹਾ ਹੈਗਾ ਕਿ ਅਗਰ ਗੋਲਡੀ ਬਰਾੜ ਨੂੰ ਲਿਆਂਦਾ ਜਾਂਦਾ ਤਾਂ ਇਸ ਤੋਂ ਸਖਤੀ ਨਾਲ ਜਿਹੜੀ ਪੁੱਛਤਾਛ ਹੁੰਦੀ ਹੈ ਜਾਂ ਨਾਰਕੋ ਟੈਸਟ ਦੀ ਜਿਹੜੀ ਗੱਲ ਕੀਤੀ ਗਈ ਹੈ ਕਿ ਉਹ ਕੀਤਾ ਜਾਵੇ ਤਾਂ ਵੱਡੇ ਖੁਲਾਸੇ ਜਿਹੜੇ ਹੋ ਸਕਦੇ ਆ, ਉਹਦੀ ਉਮੀਦ ਜਤਾਈ ਜਾ ਰਹੀ ਹੈ। ਤਾਂ ਹੁਣ ਦੇਖਣਾ ਇਹ ਹੋ ਗਿਆ ਕਿ ਦੇਖੋ ਪਾਰਟੀ ਕੋਈ ਵੀ ਹੋਵੇ, ਹਰ ਇੱਕ ਪਾਰਟੀ ਜਿਹੜੇ ਲਾਹੇ ਜ਼ਰੂਰ ਲੈਂਦੀ ਆ। ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਵੋਟਾਂ ਨਹੀਂ ਗਿਆ ਤਾਂ ਸੀਐਮ ਪੰਜਾਬ ਵੱਲੋਂ ਗੁਜਰਾਤ ਦੇ ਵਿੱਚ ਹੀ ਜਿਹੜਾ ਕਿਹਾ ਗਿਆ ਗਾ ਪੁਸ਼ਟੀ ਕੀਤੀ ਗਈ ਆ। ਤਾਂ ਲੋੜ ਆ ਸਰਕਾਰ ਨੂੰ, ਕੋਈ ਵੀ ਸਰਕਾਰ ਹੋਵੇ, ਜਿਸ ਤਰ੍ਹਾਂ ਮਾਹੌਲ ਖਰਾਬ ਹੋ ਰਿਹਾ ਹੈਗਾ ਪੰਜਾਬ ਦਾ, ਨੌਜਵਾਨ ਪੀੜ੍ਹੀ ਗਲਤ ਰਸਤਿਆਂ ਦੇ ਉੱਪਰ ਚੱਲੀ ਹੋਈ ਆ, ਦਿਨ ਦਿਹਾੜੇ ਕਤਲ ਹੋ ਰਹੇ ਆ, ਗੈਂਗਵਾਰ ਵੱਧ ਰਿਹਾ ਹੈਗਾ, ਲੁੱਟ ਖੋਹ ਹੋ ਰਹੀਆਂ ਨੇ। ਇਹਨੂੰ ਰੋਕਣ ਦੇ ਲਈ ਹਰ ਇੱਕ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਠੋਸ ਕਦਮ ਉਠਾਉਣੇ ਚਾਹੀਦੇ ਆ, ਤਾਂ ਹੀ ਜਿਹੜਾ ਇਹ ਨਕੇਲ ਕਸ਼ੀ ਜਾਊਗੀ। ਦੂਜਾ ਦੱਸਦੀ ਹੈ ਕਿ NIA ਵੱਲੋਂ ਵੀ ਜਿਹੜੀ ਇੱਕ ਮੁਹਿੰਮ ਛਿੜੀ ਹੋਈ ਆ ਗੈਂਗਸਟਰਾਂ ਨੂੰ ਨਕੇਲ ਕਸਣ ਦੇ ਲਈ। ਕਈ ਗੈਂਗਸਟਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਵੀ ਕੀਤੀ ਗਈ ਹੈਗੀ, ਤਾਂ ਕਈ ਗੈਂਗਸਟਰ ਕਾਬੂ ਵੀ ਕੀਤੇ ਗਏ। ਤਾਂ ਲੋੜ ਆ ਹਰ ਇੱਕ ਸਰਕਾਰ ਨੂੰ, ਰਾਜਨੀਤਿਕ ਪਾਰਟੀਆਂ ਨੂੰ ਉੱਪਰ ਉੱਠ ਕੇ ਪਾਰਟੀਬਾਜ਼ੀ ਤੋਂ ਇਸ ਦੇ ਵੱਲ ਧਿਆਨ ਦੇਣਾ ਬਣਦਾ ਗਾ ਜੀ। ਲੇਕਿਨ ਇੱਕ ਖਬਰ ਇਹ ਵੀ ਮਿਲੀ ਹੈ ਇਸ ਪੂਰੇ ਮਾਮਲੇ ਦੇ ਨਾਲ ਕਿ ਜਿਹੜੀ ਮੁਖਬਰੀ ਕੀਤੀ ਹੈ ਉਹ ਕਿਸੇ ਇੱਕ ਗੈਂਗ ਨੇ ਕੀਤੀ ਹੈ। ਕਿਤੇ ਨਾ ਕਿਤੇ ਗੈਂਗ ਜਿਹੜੀ ਇੱਕ ਦੂਸਰੇ ਦੀ ਮੁਖਬਰੀ ਕਰ ਰਹੇ, ਇਹ ਵੀ ਇੱਕ ਫੈਕਟਰ ਹੈ ਕਿ ਗੈਂਗ ਵਾਰ ਜਿਹੜਾ ਹੋ ਸਕਦੀ ਹੈ ਜਲਦੀ। ਦੇਖੋ ਗੈਂਗਵਾਰ ਦੋ ਗਰੁੱਪ ਜ਼ਿਆਦਾ ਜਿਹੜੇ ਐਕਟਿਵ ਨੇ, ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਦਾ ਗਰੁੱਪ ਹੋ ਗਿਆ, ਦੂਜਾ ਬੰਬੀਹਾ ਗੈਂਗ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਕੋਈ ਨੌਜਵਾਨ ਦੀ ਹੱਤਿਆ ਹੁੰਦੀ ਆ ਜਾਂ ਤਾਂ ਫਿਰ ਬੰਬੀਹਾ ਗੈਂਗ ਵੱਲੋਂ ਜਿਹੜੀ ਉਸਦੀ ਜ਼ਿੰਮੇਵਾਰੀ ਲਈ ਜਾਂਦੀ ਆ ਜਾਂ ਦੂਸਰਾ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ। ਤਾਂ ਦੋ ਗੈਂਗਾਂ ਨੂੰ ਰੋਕਣ ਦੇ ਲਈ ਕੋਈ ਵੱਡੀ ਜਿਹੜਾ ਮੁਹਿੰਮ ਛੇੜਨ ਦੀ ਲੋੜ ਆ। ਨਹੀਂ ਆਉਣ ਵਾਲਾ ਸਮਾਂ ਜਿਹੜਾ ਹੋਰ ਖਰਾਬ ਹੋਏਗਾ। ਦਿਨ ਦਿਹਾੜੇ ਕਤਲ ਹੋ ਰਹੇ ਨੇ, ਲੁੱਟਾਂ ਹੋ ਰਹੀਆਂ ਨੇ, ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆਗਾ ਪੰਜਾਬ ਦੇ ਲਈ ਜਾਂ ਦੂਜੇ ਸੂਬਿਆਂ ਦੇ ਲਈ। ਜਿਸ ਤਰ੍ਹਾਂ ਨੌਜਵਾਨ ਇਸ ਰਸਤਿਆਂ ਦੇ ਉੱਪਰ ਚੱਲ ਰਹੇ ਨੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਨਕੇਲ ਨਾ ਕਸੀ ਤਾਂ ਗੈਂਗਵਾਰ ਵੀ ਹੋ ਸਕਦੀ ਹੈ, ਉਹ ਦਿਨ ਦੂਰ ਨਹੀਂ ਜੀ।
ਬਿਲਕੁਲ ਗੈਂਗ ਵਾਰ ਨੂੰ ਰੋਕਣ ਦੇ ਲਈ ਹੁਣ ਤੋਂ ਨਕੇਲ ਕਸਣੀ ਬੇहद ਜ਼ਰੂਰੀ ਹੈ ਲੇਕਿਨ ਖਾਸ ਖਬਰ ਇਹ ਹੀ ਹੈ ਕਿ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਗੋਲਡੀ ਬਰਾੜ ਨੂੰ ਜਿਹੜਾ ਹੈ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਕਰ ਲਿੱਤਾ ਗਿਆ। ਬਹੁਤ ਬਹੁਤ ਧੰਨਵਾਦ ਅਮਰਜੀਤ, ਬਹੁਤ ਬਹੁਤ ਧੰਨਵਾਦ ਭਜਨ ਜੀ, ਤੁਸੀਂ ਸਾਡੇ ਨਾਲ ਜੁੜੇ, ਜਿਹੜੀ ਜਾਣਕਾਰੀ ਸਾਂਝੀ ਕੀਤੀ ਕਿ ਆਖਿਰ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਜਿੱਥੇ ਕਿ ਗੋਲਡੀ ਬਰਾੜ ਦਾ ਘਰ ਦੱਸਿਆ ਜਾਂਦਾ ਉੱਥੇ ਕੀ ਕੁਝ ਮਾਹੌਲ ਹੈ, ਮਾਨਸਾ ਦੇ ਵਿੱਚ ਜਿੱਥੇ ਦੇ ਸਿੱਧੂ ਮੂਸੇਵਾਲੇ ਰਹਿਣ ਵਾਲੇ ਸੀਗੇ ਉਹਨਾਂ ਦੇ ਪਰਿਵਾਰ ਦਾ ਆਖਿਰ ਇਸ ਗ੍ਰਿਫਤਾਰੀ ਬਾਰੇ ਕੀ ਕੁਝ ਕਹਿਣਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਸ਼ਸ਼ਾਂਕ ਸਾਡੇ ਨਾਲ ਜੁੜੇ ਸੀਗੇ ਜਿਨ੍ਹਾਂ ਨੇ ਗੈਂਗਸ ਬਾਰੇ ਜਿਹੜੇ ਗੁਰਲਾਲ ਬਰਾੜ ਜਿਸ ਤੋਂ ਬਾਅਦ ਗੋਲਡੀ ਬਰਾੜ ਦਾ ਜਿਹੜਾ ਨਾਂ ਸਾਹਮਣੇ ਆਇਆ ਸੀ ਕਤਲ ਕਰਨ ਤੋਂ ਬਾਅਦ ਉਸ ਬਾਰੇ ਜਿਹੜੀ ਹੈ ਉਹਨਾਂ ਨੇ ਰੋਸ਼ਨੀ ਡਾਲੀ ਤੇ ਦੱਸਿਆ ਕਿ ਆਖਿਰ ਕੀ ਇਹ ਪੂਰਾ ਮਾਮਲਾ ਸੀਗਾ। ਲੇਕਿਨ ਇਸ ਗੈਂਗ ਵਾਰ ਦੇ ਚਲਦੇ ਕਈ ਜਾਨਾਂ ਗਈਆਂ ਨੇ ਤੇ ਹੁਣ ਦੇਖਣਾ ਹੀ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ, ਕੇਂਦਰ ਦੀ ਏਜੰਸੀਆਂ ਵੱਲੋਂ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਜਿਹੜੀ ਪੁਲਿਸ ਹੈ ਉਸ ਦੇ ਨਾਲ ਰਾਬਤਾ ਕੀਤਾ ਜਾਏਗਾ। ਰੈੱਡ ਕਾਰਨਰ ਨੋਟਿਸ ਪਹਿਲੇ ਹੀ ਜਾਰੀ ਹੈ, ਹੁਣ ਕਿਸ ਤਰੀਕੇ ਦੇ ਨਾਲ ਭਾਰਤ ਲਾਇਆ ਜਾਂਦਾ ਹੈ ਕਿਉਂਕਿ ਕਾਫੀ ਲੋਕ ਉਮੀਦ ਕਰ ਰਹੇ ਨੇ, ਖਾਸ ਕਰ ਸਿੱਧੂ ਮੂਸੇਵਾਲੇ ਦੇ ਫੈਨਸ ਉਮੀਦ ਕਰ ਰਹੇ ਨੇ ਕਿ ਹੁਣ ਗੋਲਡੀ ਬਰਾੜ ਨੂੰ ਭਾਰਤ ਲਾਇਆ ਜਾਵੇ ਅਤੇ ਉਸ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇ। ਪਰਿਵਾਰ ਵੀ ਮੰਗ ਕਰ ਰਿਹਾ ਨਾਰਕੋ ਟੈਸਟ ਦੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਸਾਰਿਆਂ ਨੂੰ ਇਕੱਠੇ ਬਿਠਾ ਕੇ ਜਿਹੜੀ ਹੈ ਪੁੱਛਗਿੱਛ ਕੀਤੀ ਜਾਵੇ ਕਿ ਆਖਿਰ ਅਜਿਹਾ ਕਿਉਂ ਕੀਤਾ, ਕੀ ਮੁੱਖ ਕਾਰਨ ਰਹੇ, ਕਿਉਂਕਿ ਜ਼ਿੰਮੇਵਾਰੀ ਜੋ ਹੈ ਫੇਸਬੁੱਕ ਤੇ ਗੋਲਡੀ ਬਰਾੜ ਨੇ ਲਿੱਤੀ ਸੀ। ਤੇ ਅਜਿਹੀ ਹੋਰ ਜਾਣਕਾਰੀਆਂ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।